ਉਹ ਉੱਥੇ ਪੈਸੇ ਨੇ ਹੀ ਕੰਮ ਕਰਨਾ। ਸੋ ਕਿਉਂ ਨਾ ਆਪਾਂ ਪੈਸੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲਈਏ ਕਿ ਪੈਸਾ ਜਿਹੜੇ ਲੋਕੀ ਅਮੀਰ ਬਣ ਗਏ ਆ ਉਹ ਕਿਸ ਵਿਧੀ ਨਾਲ ਬਣ ਗਏ। ਕੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀ ਜਾਂ ਉਹਨਾਂ ਨੇ ਸਿਰਫ ਦਿਮਾਗ ਹੀ ਲਗਾਇਆ ਕਰਨਾ ਹੈ। ਤੇ ਜਦੋਂ ਮਾਰਕੀਟ ਬਹੁਤ ਅਪ ਜਾ ਰਹੀ ਹੈ, ਸਾਰੇ ਲਾਲਚੀ ਹੋਏ ਪਏ ਆ, ਸਭ ਖਰੀਦੀ ਜਾ ਰਹੇ ਆ, ਉਸ ਵੇਲੇ ਤੁਸੀਂ ਮਾਰਕੀਟ ਉਸ ਬੇੜੀ ਨੂੰ ਬਾਰ-ਬਾਰ ਰਿਪੇਅਰ ਨਾ ਕਰੋ ਜਿਹਦੇ ਵਿੱਚ ਬਾਰ-ਬਾਰ ਛੇਦ ਹੋ ਰਿਹਾ ਹੋਵੇ। ਕਹਿਣ ਦਾ ਮਤਲਬ ਕੀ ਹੈ ਕਿ ਇੱਕ ਐਸਾ ਬਿਜ਼ਨਸ ਜਿਹੜਾ ਤੁਹਾਨੂੰ ਨੁਕਸਾਨ ਤੇ ਘਾਟਾ ਕਰਾਈ ਜਾਵੇ ਤਾਂ ਉਸ ਬਿਜ਼ਨਸ ਨੂੰ ਬੰਦ ਕਰਨਾ ਹੀ ਬੈਟਰ ਹੈ। ਕਾਲਜ ਦੀ ਹੈ, ਕਿਤਾਬਾਂ ਪੜ੍ਹੋ, ਬੁੱਕਸ ਪੜ੍ਹੋ, ਲੋਕਾਂ ਦੀਆਂ ਜੀਵਨੀਆਂ ਪੜ੍ਹੋ ਜਿਹੜੇ ਅਮੀਰ ਹੋਏ ਆ। ਹਰ ਰੋਜ਼ देखो दोस्तों 24 ਲੱਖ ਖਰਚਿਆ ਤੁਸੀਂ ਤੇ 15.7 ਕਰੋੜ ਰੁਪਈਆ ਕਮਾ ਲੈਂਦੇ। ਇਹੀ ਦੋਸਤੋ ਕੰਪਾਊਂਡਿੰਗ ਦਾ ਇਫੈਕਟ ਹੁੰਦਾ ਹੈ। ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ ਮੇਰੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਫਾਈਨੈਂਸ਼ੀਅਲੀ ਸਾਊਂਡ ਮੀਨਸ ਆਰਥਿਕ ਸਿੱਖਿਆ। ਤੇ ਆਰਥਿਕ ਤੌਰ ਤੇ ਮਜ਼ਬੂਤ ਹੋਣ ਲਈ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਇਸ YouTube ਦੀ ਫਾਈਨੈਂਸ਼ੀਅਲੀ ਐਜੂਕੇਸ਼ਨ ਦੀ ਸੀਰੀਜ਼ ਦੇ ਵਿੱਚ ਤੁਹਾਡੇ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਾਂ। ਕਿਉਂਕਿ ਜਿਸ ਤਰ੍ਹਾਂ ਦੋਸਤੋ ਮੈਂ ਸਿੱਖਿਆ ਹੈ ਕਰੀਦਾ ਪੰਜਾਬ ਦੇ ਵਿੱਚ ਇੱਕ ਧਾਰਨਾ ਬਣਾਈ ਹੋਈ ਆ ਕਿ ਜ਼ਿਆਦਾ ਪੈਸਾ ਨਹੀਂ ਕਰੀਦਾ, ਆਪਣਾ ਸਬਰ ਤੇ ਸੰਤੋਖ ਵਾਲੀ ਜ਼ਿੰਦਗੀ ਜੀਓ ਤੇ ਜੋ ਸਾਨੂੰ ਮਿਲਦਾ ਆ ਤੇ ਉਹਦੇ 'ਤੇ ਆਪਣੇ ਆਪ ਨੂੰ ਸੰਤੋਸ਼ ਰੱਖੋ। ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਦੋਸਤੋ ਕਿ ਸਬਰ ਸੰਤੋਖ ਹੋਣਾ ਚਾਹੀਦਾ, ਪਰ ਪੈਸਾ ਅਗਰ ਆਪਾਂ ਇੱਕ ਟੂਲ ਦੀ ਤਰ੍ਹਾਂ ਯੂਜ਼ ਕਰ ਲਈਏ ਤਾਂ ਕਿੰਨਾ। ਮੈਂ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ। ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਉੱਤਮ ਖੇਤੀ, ਮੱਧਮ ਵਪਾਰ ਤੇ ਨਿਖਿਧ ਚਾਕਰੀ। ਬੜੀ ਸੋਚ ਸਮਝ ਕੇ ਉਹਨਾਂ ਨੇ ਗੱਲ ਕਹੀ ਸੀ। ਦੇਖੋ ਖੇਤੀ, ਉੱਤਮ ਖੇਤੀ, ਜਿਹੜੇ ਮੇਰੇ ਜੱਟ ਜ਼ਿਮੀਂਦਾਰ ਭਰਾ ਆ ਉਹ ਬਹੁਤ ਵਧੀਆ ਕੰਮ ਕਰ ਰਹੇ ਆ, ਉੱਤਮ ਕੰਮ ਕਰ ਰਹੇ ਆ। ਪਰ ਜਿਹੜੇ ਲੋਕ ਖੇਤੀ ਨਹੀਂ ਕਰ ਸਕਦੇ ਉਹ ਵਪਾਰ ਜਾਂ ਚਾਕਰੀ ਕਰਨਗੇ। ਇਹੀ ਹੋਏਗਾ ਨਾ। ਜੇ ਆਪਾਂ ਗੁਰਬਾਣੀ ਦੀ ਵੀ ਗੱਲ ਕਰੀਏ, ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਚਾਰ ਪਦਾਰਥ ਕੀ ਹੈ? ਧਰਮ, ਅਰਥ, ਕਾਮ, ਮੋਕਸ਼। ਇਹੀ ਚਾਰ ਪਦਾਰਥ ਹੈ ਨਾ। ਤੇ ਇਹੀ ਚੀਜ਼ ਜੇ ਆਪਾਂ ਹਿੰਦੂ ਧਰਮ ਦੇ ਵਿੱਚ ਚਲ ਜਾਈਏ, ਸਨਾਤਨ ਧਰਮ ਦੇ ਵਿੱਚ, ਉੱਥੇ ਵੀ ਇਹੀ ਗੱਲ ਕਹੀ ਜਾਂਦੀ ਹੈ ਕਿ ਧਰਮ, ਅਰਥ, ਕਾਮ, ਮੋਕਸ਼, ਚਾਰ ਹੀ ਚੀਜ਼ਾਂ ਸਾਡੀ ਜ਼ਿੰਦਗੀ ਲਈ ਜ਼ਰੂਰੀ ਹੈ। ਤੇ ਦੋਸਤੋ ਉਹਨਾਂ ਨੇ ਧਰਮ ਤੋਂ ਬਾਅਦ ਅਰਥ ਨੂੰ ਕਿਉਂ ਰੱਖਿਆ? ਅਰਥ ਮੀਨਸ ਫਾਈਨੈਂਸ਼ੀਅਲ, ਫਾਈਨਾਂਸ ਮਤਲਬ ਕਿ ਪੈਸਾ। ਤੇ ਕਾਮ ਨੂੰ ਤੀਜੇ ਨੰਬਰ ਤੇ ਰੱਖਿਆ। ਹੁਣ ਕਾਮ ਦਾ ਮਤਲਬ ਦੋਸਤੋ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਹੈ। ਕਾਮ ਦਾ ਮਤਲਬ ਹੁੰਦਾ ਹੈ ਕਾਮਨਾਵਾਂ, ਕਿ ਅਸੀਂ ਆਪਣੀਆਂ ਧਰਮ ਦੇ ਰਾਹੀਂ ਜਿਹੜਾ ਅਰਥ ਕਮਾਇਆ ਆ ਉਸ ਅਰਥ ਦੇ ਨਾਲ ਆਪਣੀਆਂ ਕਾਮਨਾਵਾਂ ਪੂਰੀਆਂ ਕਰੋ, ਉਸ ਤੋਂ ਬਾਅਦ ਐਂਡ ਤੇ ਮੋਕਸ਼ ਪ੍ਰਾਪਤ ਕਰੋ। ਇਹ ਚਾਰ ਪਦਾਰਥ ਆ, ਇਹਦੇ ਵਿੱਚ ਦੂਜੇ ਨੰਬਰ ਤੇ ਅਰਥ ਨੂੰ ਰੱਖਿਆ ਗਿਆ। ਇਹੀ ਜੇ ਆਪਾਂ ਸਨਾਤਨ ਧਰਮ 'ਚ ਜਾਈਏ ਤਾਂ ਉਹਦੇ ਵਿੱਚ ਇੱਕ ਮੰਤਰ ਆਉਂਦਾ ਆ, ਬਹੁਤ ਫੇਮਸ ਮੰਤਰ ਹੈ, ਓਮ ਤ੍ਰਯੰਬਕਮ ਯਜਾਮਹੇ ਸੁਗੰਧਿਮ ਪੁਸ਼ਟੀ ਵਰਧਨਮ ਉਰਵਾਰੁਕਮੇਵ ਵੰਦਨਾਨ ਮ੍ਰਿਤਯੁਰਮੁਕਸ਼ੀਯਮਾਮ੍ਰਿਤਾਨ। ਤੋ ਇੱਕ ਆਮ ਬੰਦਾ ਇਹ ਮੰਗ ਰਿਹਾ ਹੈ ਪਰਮਾਤਮਾ ਤੋਂ ਕਿ ਹੇ ਪਰਮਾਤਮਾ ਮੈਨੂੰ ਇੰਨਾ ਕੁ ਸੁਗੰਧੀ ਦੇ ਦੇ, ਪੁਸ਼ਟੀ ਦੇ ਦੇ, ਤੇ ਜਿਸ ਤਰ੍ਹਾਂ ਇੱਕ ਫਲ ਪੱਕ ਕੇ ਆਪਣੇ ਆਪ ਟੁੱਟ ਜਾਂਦਾ ਬੇਲ ਤੋਂ, ਉਸੇ ਤਰ੍ਹਾਂ ਮੈਨੂੰ ਵੀ ਪਕਾਉਣ ਤੋਂ ਬਾਅਦ, ਕਹਿਣ ਦਾ ਮਤਲਬ ਸਾਰੇ ਜੋ ਵੀ ਮੇਰੀ ਜ਼ਿੰਦਗੀ ਦੀਆਂ ਲੋੜਾਂ ਆ ਉਹ ਪੂਰੀਆਂ ਕਰਨ ਤੋਂ ਬਾਅਦ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋਵੇ। ਇਸ ਕਰਕੇ ਧਰਮ ਦੇ ਆਧਾਰ 'ਤੇ ਮੈਂ ਗੱਲ ਕੀਤੀ ਹੈ ਕਿ ਧਰਮ ਤੋਂ ਬਾਅਦ ਦੂਜੇ ਨੰਬਰ 'ਤੇ ਅਰਥ ਹੈ, ਤੀਜੇ ਨੰਬਰ 'ਤੇ ਕਾਮ ਹੈ ਤੇ ਚੌਥੇ ਨੰਬਰ 'ਤੇ ਮੋਕਸ਼ ਹੈ। ਸੋ ਕਿਉਂ ਨਾ ਆਪਾਂ ਪੈਸੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲਈਏ ਕਿ ਪੈਸਾ ਜਿਹੜੇ ਲੋਕੀ ਅਮੀਰ ਬਣ ਗਏ ਆ ਉਹ ਕਿਸ ਵਿਧੀ ਨਾਲ ਬਣ ਗਏ। ਕੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀ ਜਾਂ ਉਹਨਾਂ ਨੇ ਸਿਰਫ ਦਿਮਾਗ ਹੀ ਲਗਾਇਆ? ਸੋਚੋ, ਜਿੱਦਾਂ ਹੁਣ ਆਪਾਂ ਨੰਬਰ 1 ਜਿਹੜਾ ਬਿਲ ਗੇਟਸ ਹੈ, ਠੀਕ ਹੈ, ਬਿਲ ਗੇਟਸ ਕਾਫੀ ਦੇਰ ਨੰਬਰ 1 ਅਮੀਰ ਬੰਦਿਆਂ ਵਿੱਚੋਂ ਗਿਣਿਆ ਗਿਆ। ਫਿਰ ਐਲੋਨ ਮਸਕ ਹੈ ਜੋ ਕਿ ਪਹਿਲਾਂ ਥੋੜ੍ਹਾ ਥੱਲੇ ਹੁੰਦਾ ਸੀਗਾ, ਅੱਜ ਕੱਲ੍ਹ ਨੰਬਰ 2 ਤੇ ਆ ਗਿਆ। ਫਿਰ ਤੀਜੇ ਨੰਬਰ 'ਤੇ ਜੈਫ ਬੇਜ਼ੋਸ ਹੈ, ਐਮਾਜ਼ੋਨ ਕੰਪਨੀ ਦਾ ਮਾਲਕ ਹੈ ਜਿਹੜਾ। ਜਾਂ ਹੁਣ 10ਵੇਂ ਨੰਬਰ 'ਤੇ ਇੱਕ ਵਾਰਨ ਬਫੇ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਕਿ ਇਹਨਾਂ ਬੰਦਿਆਂ ਨੇ ਕੀ ਕੀਤਾ, ਇੱਦਾਂ ਦਾ ਕਿਹੋ ਜਿਹੀ ਮਿਹਨਤ ਕੀਤੀ, ਕੀ ਕੀਤਾ ਇਹਨਾਂ ਨੇ, ਇਹਨਾਂ ਦੀ ਜੀਵਨੀ ਬਾਰੇ ਪੜ੍ਹੀਏ। ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਵਾਰਨ ਬਫੇ ਬਾਰੇ। ਵਾਰਨ ਬਫੇ ਦੋਸਤੋ ਇੱਕ ਇਹੋ ਜਿਹਾ ਬੰਦਾ ਹੈ ਜੋ ਬਚਪਨ ਤੋਂ ਹੀ 1930 ਦੇ ਵਿੱਚ ਉਹ ਪੈਦਾ ਹੋਇਆ ਸੀ। ਬਚਪਨ ਤੋਂ ਹੀ ਉਹਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ। ਉਹਦਾ ਪਿਓ ਕੀ ਕਰਦਾ ਸੀ ਪਰ ਉਹ ਦਿਵਾਲੀਆ ਹੋ ਚੁੱਕਾ ਸੀ। ਜਦੋਂ ਇਹ 7 ਸਾਲ ਦਾ ਹੋਇਆ ਉਦੋਂ ਤੱਕ ਜਿਹੜੇ ਇਹਦੇ ਮਾਂ-ਬਾਪ ਸੀਗੇ ਉਹ ਬਿਲਕੁਲ ਹੀ ਗਰੀਬ ਹੋ ਚੁੱਕੇ ਸੀ। ਈਵਨ ਮਾਂ ਜਿਹੜੀ ਸੀ
ਉਹ ਕੀ ਕਰਦੀ ਸੀ, ਇੱਕ ਟਾਈਮ ਰੋਟੀ ਖਾਂਦੀ ਸੀ ਤੇ ਦੂਜੇ ਟਾਈਮ ਆਪਣੇ ਘਰ ਵਾਲੇ ਨੂੰ ਦਿੰਦੀ ਸੀ ਤੇ ਆਪਣੇ ਬੱਚੇ ਨੂੰ ਦਿੰਦੀ ਸੀ। ਇੰਨੀ ਗਰੀਬੀ ਉਸ ਬੰਦੇ ਨੇ ਦੇਖੀ। ਉਸ ਤੋਂ ਬਾਅਦ ਦੋਸਤੋ ਫਿਰ ਜਦੋਂ 11 ਸਾਲ ਦਾ ਹੋਇਆ ਤਾਂ ਉਹਨੇ ਇੱਕ ਸੰਕਲਪ ਲੈ ਲਿਆ, ਇੱਕ ਪ੍ਰਣ ਲੈ ਲਿਆ ਕਿ ਜੇ ਉਹ 30 ਸਾਲ ਦੀ ਏਜ ਤੱਕ ਕਰੋੜਪਤੀ ਨਹੀਂ ਬਣਿਆ ਤਾਂ ਆਤਮ ਹੱਤਿਆ ਕਰ ਲਏਗਾ। ਫਿਰ ਉਹਨੇ ਸੋਚਿਆ ਕਿ ਹੁਣ ਅਮੀਰ ਬਣਿਆ ਜਾਵੇ ਤਾਂ ਕਿਵੇਂ ਬਣਿਆ। ਥੋੜ੍ਹਾ ਬਹੁਤਾ ਉਹ ਆਪਣੇ ਪਾਪਾ ਤੋਂ ਥੋੜ੍ਹਾ ਬਹੁਤਾ ਬਿਜ਼ਨਸ ਜਾਣਦਾ ਸੀ ਤੇ ਛੋਟੀ ਉਮਰ ਦੇ ਵਿੱਚ ਹੀ ਬਹੁਤ ਚੀਜ਼ਾਂ ਦਾ ਨੋਟਿਸ ਕਰਦਾ ਹੁੰਦਾ ਸੀ। ਬਹੁਤ ਚੀਜ਼ਾਂ ਮਤਲਬ ਆਬਜ਼ਰਵੇਸ਼ਨ ਬਹੁਤ ਸੀ ਉਹਦੀ। ਜਦੋਂ ਉਹ ਗਲੀ ਦੇ ਵਿੱਚ ਕੋਈ ਕਾਰ ਜਾਂਦੀ ਸੀ ਤਾਂ ਉਹਦਾ ਨੰਬਰ ਨੋਟ ਕਰ ਲਿਆ ਕਰਦਾ। ਮਤਲਬ ਉਹਨੇ ਇਹ ਸ਼ੌਂਕ ਪਾਲਿਆ ਹੋਇਆ ਸੀ ਕਿ ਅਮੀਰ ਬੰਦੇ ਜਾਂਦੇ ਕਿੱਥੇ ਕਰਦੇ। ਬੈਂਜਾਮਿਨ ਫਰੈਂਕਲਿਨ ਦੀ ਕਿਤਾਬ ਉਹਨੇ 13 ਸਾਲ ਦੀ ਉਮਰ 'ਚ ਪੜ੍ਹ ਲਈ ਸੀ। ਇਸ ਤੋਂ ਇਲਾਵਾ ਦੋਸਤੋ ਉਹ ਛੋਟੀ ਉਮਰ ਵਿੱਚ ਹੀ ਇਹ ਦੇਖਿਆ ਕਰਦਾ ਸੀਗਾ ਕਿ ਉਹ ਦੁਕਾਨ ਦੇ ਬਾਹਰ ਖੜਾ ਹੋ ਜਾਂਦਾ ਸੀ ਤੇ ਦੇਖਦਾ ਸੀਗਾ ਕਿ ਸਭ ਤੋਂ ਜ਼ਿਆਦਾ ਕੋਲਡ ਡਰਿੰਕ ਕਿਹੜੀ ਚੀਜ਼ ਦੀ ਲੋਕ ਪੀਂਦੇ ਆ, ਕਿਹੜੀ ਕੋਲਡ ਡਰਿੰਕ ਇੱਦਾਂ ਦੀ ਹੈ ਜਿਹੜੀ ਜ਼ਿਆਦਾ ਕੰਜ਼ਿਊਮ ਹੁੰਦੀ ਹੈ। ਤਾਂ ਉਹਨੇ ਇੱਕ ਚੀਜ਼ ਫਾਈਂਡ ਕੀਤੀ ਕਿ ਕੋਕਾ ਕੋਲਾ ਕੰਪਨੀ ਦੀ ਕੋਲਡ ਡਰਿੰਕ ਸਭ ਤੋਂ ਜ਼ਿਆਦਾ ਲੋਕ ਪੀਂਦੇ ਸੀ। ਤਾਂ ਉਹਨੇ ਕੋਕਾ ਕੋਲਾ ਦੀ ਕੋਲਡ ਡਰਿੰਕ ਵੇਚਣੀ ਸ਼ੁਰੂ ਕਰ ਦਿੱਤੀ। ਥੋੜ੍ਹਾ ਪ੍ਰੋਫਿਟ ਹੋਇਆ ਉਹਨੂੰ। ਫਿਰ ਉਹ ਦੋਸਤੋ ਇੱਕ ਵਾਰੀ ਨਾਈ ਦੀ ਦੁਕਾਨ 'ਤੇ ਗਿਆ। ਉੱਥੇ ਉਹਨੇ ਦੇਖਿਆ ਕਿ ਕਾਫੀ ਦੇਰ ਲੋਕ ਵੇਟ ਕਰਦੇ ਰਹਿੰਦੇ ਆ, ਮਤਲਬ ਕਿ ਬੈਠੇ ਵੇਟ ਕਰਦੇ ਰਹਿੰਦੇ ਕਿ ਉਹਨਾਂ ਦੀ ਵਾਰੀ ਆਏਗੀ। ਤਾਂ ਉਹਨੇ ਉੱਥੇ ਵੇਟ ਮਸ਼ੀਨ ਰੱਖ ਦਿੱਤੀ, ਇੱਕ ਗੇਮਿੰਗ ਮਸ਼ੀਨ ਰੱਖ ਦਿੱਤੀ ਤਾਂ ਕਿ ਜਿਹੜਾ ਕੋਈ ਵਿਹਲਾ ਬੈਠਾ ਬੰਦਾ ਹੈ ਉਹ 1 ਰੁਪਏ ਦਾ ਕੋਇਨ ਵਿੱਚ ਸੁੱਟੇ ਤੇ ਆਪਣਾ ਵੇਟ ਦੇਖਣ ਲੱਗ ਜਾਵੇ, ਜੜਨ ਲੱਗ ਜਾਵੇ। ਦੋਸਤੋ ਇੱਦਾਂ 1-1 ਰੁਪਈਆ ਕਰਕੇ ਉਹਨੇ ਪੂਰਾ ਹਿਸਾਬ ਲਾ ਲਿਆ ਸੀ ਕਿ ਅਗਰ ਉਹ ਇੱਕ ਦੁਕਾਨ ਦੇ ਵਿੱਚ ਇੱਕ ਮਸ਼ੀਨ ਲਾਉਂਦਾ ਤੇ ਕਿੰਨੇ ਦਿਨਾਂ ਬਾਅਦ ਉਹ ਦੂਸਰੀ ਨਵੀਂ ਮਸ਼ੀਨ ਖਰੀਦ ਸਕਦਾ ਤੇ ਕਿੰਨੇ ਦਿਨਾਂ ਬਾਅਦ ਤੀਸਰੀ ਤੇ ਕਿੰਨੇ ਦਿਨਾਂ ਬਾਅਦ ਚੌਥੀ। ਤੇ ਇਸ ਤਰ੍ਹਾਂ ਕਰਦੇ ਉਹਨੇ 8-10 ਦੁਕਾਨਾਂ ਦੇ ਉੱਤੇ ਜਦੋਂ ਲਗਾ ਦਿੱਤਾ ਤਾਂ ਉਹਨੂੰ ਮਹੀਨੇ ਦੀ ਇਨਕਮ ਜਿਹੜੀ ਆਉਣੀ ਸ਼ੁਰੂ ਹੋ ਗਈ। ਪਰ ਉਹਦਾ ਇੱਕ ਰੂਲ ਸੀ ਕਿ ਨੈਵਰ ਲੂਜ਼ ਯੋਰ ਮਨੀ, ਐਂਡ ਰੂਲ ਨੰਬਰ 2 ਸੀਗਾ ਉਹਦਾ ਕਿ ਨੈਵਰ ਫੋਰਗੇਟ ਰੂਲ ਨੰਬਰ 1, ਮਤਲਬ ਕਿ ਆਪਣਾ ਪੈਸਾ ਕਦੇ ਵੀ ਲੂਜ਼ ਕਰਨਾ ਹੀ ਨਹੀਂ ਹੈ। ਉਹਦੀ ਇੱਕ ਇਸ ਤਰ੍ਹਾਂ ਦੀ ਮਤਲਬ ਕਿ ਨੇਚਰ ਬਣ ਗਈ ਸੀ ਕਿ ਉਹ ਆਪਣਾ ਪੈਸਾ ਲੂਜ਼ ਨਹੀਂ ਕਰਦਾ ਸੀਗਾ। ਕਿਆ ਸੋਚ ਸੀ। ਕਦੇ ਸੋਚਿਆ ਤੁਸੀਂ? ਦੇਖੋ ਤੁਸੀਂ ਇੱਕ ਬਿਜ਼ਨਸ ਕਰਦੇ ਆ ਜਾਂ ਇੱਕ ਨੌਕਰੀ ਕਰ ਰਹੇ ਆ, ਤੁਸੀਂ ਇੱਕ ਨੌਕਰੀ ਤੋਂ ਉਹੀ ਖਾ ਲੈਂਦੇ ਆ ਪੈਸਾ। ਉਹ ਬੰਦਾ ਕੀ ਕਰਦਾ ਸੀਗਾ, ਜਿੰਨਾ ਪੈਸਾ ਆਇਆ ਉਹ ਇੱਕ ਦੂਸਰੇ ਬਿਜ਼ਨਸ 'ਚ ਲਗਾਇਆ, ਦੂਸਰੇ ਤੋਂ ਤੀਸਰੇ 'ਚ ਲਗਾਇਆ। ਜਦੋਂ ਤੀਸਰੇ ਤੋਂ ਪ੍ਰੋਫਿਟ ਆ ਗਿਆ ਫਿਰ ਉਹਨੇ ਆਪਣਾ ਐਕਸਪੈਂਸ ਕਰਨਾ ਸ਼ੁਰੂ ਕੀਤਾ। ਇਹ ਉਹਦੀ ਸੋਚ ਸੀ। ਇਸ ਤੋਂ ਇਲਾਵਾ ਦੋਸਤੋ ਉਹਨੇ ਅਖਬਾਰ ਵੇਚਣ ਦਾ ਕੰਮ ਵੀ ਕੀਤਾ ਸੀ। ਸਵੇਰੇ 4 ਵਜੇ ਉੱਠ ਕੇ ਉਹ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦਾ ਸੀ। ਪੈਸੇ ਨੂੰ ਬਚਾਉਣਾ ਉਹਦੀ ਇੱਕ ਫਿਤਰਤ ਸੀ ਤੇ ਇਨਵੈਸਟ ਕਰਨਾ ਦੂਸਰੀ ਫਿਤਰਤ ਸੀ। 1962 ਦੇ ਵਿੱਚ ਉਹਨੇ ਬਰਕਸ਼ਾਇਰ ਕੰਪਨੀ ਸੀ ਇੱਕ, ਉਹਦੇ ਸ਼ੇਅਰ ਖਰੀਦ ਲਏ $1000 ਦੇ। ਬਾਅਦ ਉਹਨੇ ਕੋਕਾ ਕੋਲਾ ਕੰਪਨੀ ਦੇ ਸ਼ੇਅਰ ਲਗਭਗ 1.5 ਕਰੋੜ ਦੇ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਮੇਨ ਮੁੱਦੇ ਦੇ ਉੱਤੇ ਕਿ ਇਸ ਬੰਦੇ ਤੋਂ ਉਹ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਸਭ ਤੋਂ ਜ਼ਿਆਦਾ ਸਿੱਖਣ ਵਾਲੀਆਂ, ਉਹ ਕਿਹੜੀਆਂ ਚੀਜ਼ਾਂ ਨੇ ਇਹਨੂੰ ਬਹੁਤ ਜ਼ਿਆਦਾ ਅਮੀਰ ਬਣਾ ਦਿੱਤਾ। ਦੋਸਤੋ ਨੰਬਰ 1 ਤੇ ਜੋ ਇਹਦਾ ਲੈਸਨ ਸਿੱਖਣ ਵਾਲਾ ਹੈ ਉਹ ਹੈ ਕਿ ਬੀ ਫੇਅਰਫੁਲ ਵੈਨ ਅਦਰਸ ਆਰ ਗ੍ਰੀਡੀ ਐਂਡ ਵੈਨ ਅਦਰਸ ਆਰ ਫੇਅਰਫੁਲ ਦੈਨ ਸਪੈਂਡ ਦਾ ਮਨੀ। ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਾਊਨਫੋਲ ਹੋਇਆ ਹੈ, ਠੀਕ ਹੈ ਜੀ, ਉਦੋਂ ਤੁਸੀਂ ਸਪੈਂਡ ਕਰਨਾ ਹੈ। ਤੇ ਜਦੋਂ ਮਾਰਕੀਟ ਬਹੁਤ ਅਪ ਜਾ ਰਹੀ ਹੈ, ਸਾਰੇ ਲਾਲਚੀ ਹੋਏ ਪਏ ਆ, ਸਭ ਖਰੀਦੀ ਜਾ ਰਹੇ ਆ, ਉਸ ਵੇਲੇ ਤੁਸੀਂ ਮਾਰਕੀਟ ਤੋਂ ਡਰ ਜਾਣਾ ਤੇ ਦੂਰ ਹੋ ਜਾਣਾ। ਦੂਸਰਾ ਪੁਆਇੰਟ ਹੈ ਕਿ ਉਸ ਬੇੜੀ ਨੂੰ ਬਾਰ-ਬਾਰ ਰਿਪੇਅਰ ਨਾ ਕਰੋ ਜਿਹਦੇ ਵਿੱਚ ਬਾਰ-ਬਾਰ ਛੇਦ ਹੋ ਰਿਹਾ ਹੋਵੇ। ਕਹਿਣ ਦਾ ਮਤਲਬ ਕੀ ਹੈ ਕਿ ਇੱਕ ਐਸਾ ਬਿਜ਼ਨਸ ਜਿਹੜਾ ਤੁਹਾਨੂੰ ਨੁਕਸਾਨ ਤੇ ਘਾਟਾ ਕਰਾਈ ਜਾਵੇ ਤਾਂ ਉਸ ਬਿਜ਼ਨਸ ਨੂੰ ਬੰਦ ਕਰਨਾ ਹੀ ਬੈਟਰ ਹੈ। ਬਾਰ-ਬਾਰ ਰਿਪੇਅਰ ਕਰਨ ਨਾਲੋਂ ਇੱਕ ਬੇੜੀ ਨੂੰ ਚੰਗਾ ਹੈ ਕਿ ਦੂਸਰੀ ਬੇੜੀ 'ਚ ਸਵਾਰ ਹੋ ਜਾਓ। ਦੋਸਤੋ ਤੀਸਰਾ ਪੁਆਇੰਟ ਇਹਦਾ ਹੈ ਕਿ ਬੀ ਪੇਸ਼ੈਂਟ, ਕਿ ਸਬਰ ਰੱਖੋ। ਜਿੱਦਾਂ ਦੋਸਤੋ ਮੰਨ ਲਓ ਅੱਜ ਦੀ ਡੇਟ ਦੇ ਵਿੱਚ ਪੈਨ ਦਾ ਰੇਟ ਹੈ 10 ਰੁਪਏ ਤੇ ਕੱਲ ਨੂੰ ਉਹਦਾ 20 ਰੁਪਏ ਹੋ ਜਾਂਦਾ ਹੈ, ਤਾਂ ਤੁਸੀਂ ਕਦੇ ਵੀ 20 ਰੁਪਏ ਦੇ ਵਿੱਚ ਉਹ ਪੈਨ ਨਹੀਂ ਖਰੀਦਣਾ। ਤੁਸੀਂ ਵੇਟ ਕਰਨਾ ਹੈ ਕਿ ਜਦੋਂ ਉਹ ਪੈਨ 5 ਰੁਪਏ ਦਾ ਹੋ ਗਿਆ, ਜਿੱਦਾਂ ਹੀ ਉਹ 5 ਰੁਪਏ ਦਾ ਹੋਇਆ ਤੁਸੀਂ ਖਰੀਦ ਲੈਣਾ ਹੈ ਤੇ ਜਦੋਂ 10 ਰੁਪਏ ਦਾ ਫਿਰ ਬੈਕ ਤੋਂ ਹੋਇਆ ਤੇ ਤੁਸੀਂ ਉਹ ਵੇਚ ਦੇਣਾ। ਠੀਕ ਹੈ ਜੀ, ਇਸ ਤਰ੍ਹਾਂ ਤੁਸੀਂ 5 ਰੁਪਏ ਦਾ ਪ੍ਰੋਫਿਟ ਕਮਾ ਸਕਦੇ ਹੋ। ਜਦੋਂ ਤੁਸੀਂ 100 ਪੈਨ ਲਓਗੇ ਤਾਂ 500 ਸਿੱਧਾ ਪ੍ਰੋਫਿਟ ਹੈ। ਇਸੇ ਪੁਆਇੰਟ ਦੇ ਵਿੱਚ ਦੋਸਤੋ ਕਿ ਬੀ ਪੇਸ਼ੈਂਟ, ਮਤਲਬ ਕਿ ਪੂਰੀ ਤਰ੍ਹਾਂ ਮਾਰਕੀਟ ਨੂੰ ਰਿਸਰਚ ਕਰੋ, ਕਾਹਲੀ ਨਾ ਕਰੋ। ਦੇਖੋ ਕਿ ਕਿੱਥੇ ਕੀ
ਕਿੱਦਾਂ ਇਹਦਾ ਪੋਰਟਫੋਲੀਓ ਚੱਲ ਰਿਹਾ, ਫਿਰ ਉਸ ਚੀਜ਼ ਤੇ ਖਰਚਾ ਕਰੋ। ਚੌਥਾ ਪੁਆਇੰਟ, ਇਸ ਬੰਦੇ ਨੇ ਸਾਨੂੰ ਲੈਸਨ ਇਹ ਸਿਖਾਇਆ ਕਿ ਕੰਪਨੀ ਦਾ CEO ਜ਼ਰੂਰ ਚੈੱਕ ਕਰੋ, ਕਿਉਂਕਿ ਜਿਹੜਾ ਪਾਇਲਟ ਹੈ ਉਹ ਜਹਾਜ਼ ਨੂੰ ਡੁਬੋ ਵੀ ਸਕਦਾ ਹੈ ਤੇ ਚਲਾ ਵੀ ਸਕਦਾ ਹੈ। CEO ਮਤਲਬ ਚੀਫ ਐਗਜ਼ੀਕਿਊਟਿਵ ਆਫਿਸਰ, ਜਿਹੜਾ ਕਿ ਉਸ ਕੰਪਨੀ ਨੂੰ ਚਲਾ ਰਿਹਾ ਹੈ, ਉਹ ਬਿਲਕੁਲ ਕਾਬਿਲ ਹੋਣਾ ਚਾਹੀਦਾ ਹੈ। ਪੂਰੀ ਮਾਰਕੀਟ ਰਿਸਰਚ ਕਰਕੇ ਆਓ। ਅੱਜ ਕੱਲ੍ਹ ਐਪਲੀਕੇਸ਼ਨਸ ਆਈਆਂ ਹੋਈਆਂ, ਤੁਸੀਂ ਉਸ ਦੀ ਹੈਲਪ ਦੇ ਨਾਲ ਹਰ ਕੰਪਨੀ ਦਾ ਪੋਰਟਫੋਲੀਓ ਚੈੱਕ ਕਰ ਸਕਦੇ ਹੋ। ਦੋਸਤੋ 5ਵੇਂ ਨੰਬਰ ਤੇ ਇਸ ਬੰਦੇ ਤੋਂ ਇਹ ਚੀਜ਼ ਸਿੱਖਣ ਵਾਲੀ ਹੈ ਕਿ ਤੁਸੀਂ ਉਸ ਬੰਦੇ ਦੇ ਨਾਲ ਰਹੋ ਜਿਹੜਾ ਤੁਹਾਡੇ ਨਾਲੋਂ ਬੈਟਰ ਹੈ। ਸਮਝ ਆ ਰਹੀ? ਜਿੱਦਾਂ ਕਿ ਨੰਬਰ 1 ਤੇ ਬਿਲ ਗੇਟ ਚੱਲ ਰਿਹਾ ਸੀਗਾ ਤੇ ਵਾਰਨ ਬਫੇ ਤੀਜੇ ਚੌਥੇ ਨੰਬਰ ਤੇ ਸੀ 2016 ਦੇ ਵਿੱਚ। ਉਸ ਵੇਲੇ ਦੋਨਾਂ ਦੇ ਵਿੱਚ ਬਿਲਕੁਲ ਵੀ ਵਾਰਤਾਲਾਪ ਨਹੀਂ ਹੁੰਦੀ ਸੀ, ਦੋਨੋਂ ਇੱਕ ਦੂਜੇ ਨੂੰ ਬਹੁਤਾ ਲਾਈਕ ਨਹੀਂ ਕਰਦੇ ਸੀ। ਪਰ ਇੱਕ ਦਿਨ ਬਹੁਤ ਫੋਰਸ ਕਰਨ ਦੇ ਉੱਤੇ ਬਿਲ ਗੇਟ ਜਿਹੜਾ ਹੈ ਉਹ ਵਾਰਨ ਬਫੇ ਨਾਲ ਮਿਲਣ ਲਈ ਤਿਆਰ ਹੋ ਗਿਆ। ਪਰ ਜਦੋਂ ਉਹ ਦੋਨੋਂ ਇਕੱਠੇ ਬੈਠੇ ਤਾਂ 8 ਘੰਟੇ ਲਗਾਤਾਰ ਉਹ ਬੈਠੇ ਰਹੇ। ਇੱਕ ਦੂਜੇ ਨੂੰ ਇੰਨਾ ਕੁ ਜ਼ਿਆਦਾ ਉਹਨਾਂ ਨੇ ਪਸੰਦ ਕੀਤਾ ਕਿਉਂਕਿ ਉਹਨਾਂ ਦੋਨਾਂ ਨੂੰ ਹੀ ਇੱਕ ਦੂਜੇ ਤੋਂ ਕੁਝ ਸਿੱਖਣ ਨੂੰ ਮਿਲਦਾ ਸੀ। ਸੋ ਕਦੇ ਵੀ ਦੋਸਤੋ ਇਸ ਚੀਜ਼ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਹੈ, ਕੋਈ ਅਗਰ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਆਪਣੇ ਤੋਂ ਵਧੀਆ ਬੰਦਿਆਂ ਨਾਲ ਬੈਠਣਾ ਸ਼ੁਰੂ ਕਰੋ। ਦੋਸਤੋ 7ਵੇਂ ਨੰਬਰ ਤੇ ਹੈ ਕਿ ਜਿੰਨਾ ਜਲਦੀ ਹੋ ਸਕੇ ਉਨੀ ਜਲਦੀ ਕੰਮ ਕਰ ਲਓ, ਕਿਉਂਕਿ ਬੈਟਰ ਸੂਨਰ ਦੈਨ ਡਿਲੇ। ਇਹ ਉਹਨੇ ਰੂਲ ਦਿੱਤਾ ਹੈ ਪੂਰੀ ਮਾਰਕੀਟ ਨੂੰ ਕਿ ਜਿੰਨੀ ਜਲਦੀ ਹੋ ਸਕੇ ਕੋਈ ਚੀਜ਼ ਤੇ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਲਈ ਬੈਟਰ ਹੈ ਤਾਂ ਉਹਨੂੰ ਖਰੀਦ ਲਓ। ਜਿੰਨੀ ਜਲਦੀ ਤੁਸੀਂ ਕੋਈ ਸਟੈਪ ਚੱਕੋਗੇ ਉਨਾ ਹੀ ਬੈਟਰ ਰਹੇਗਾ। ਕਿਉਂਕਿ ਦੇਖੋ ਦੋਸਤੋ, ਮੋਟੀਵੇਸ਼ਨਲ ਵੀਡੀਓਜ਼ ਭਰਿਆ ਪਿਆ ਪੂਰਾ YouTube, ਪਰ ਲੋਕੀ ਕੀ ਕਰਦੇ, ਇੱਕ ਦਿਨ ਸੌਂਦੇ ਆ, ਦੂਜੇ ਦਿਨ ਤੀਜੇ ਦਿਨ ਭੁੱਲ ਜਾਂਦੇ ਆ। ਬੈਟਰ ਸੂਨਰ ਦੈਨ ਡਿਲੇ ਮਤਲਬ ਕਿ ਜਲਦੀ ਤੋਂ ਜਲਦੀ ਉਸ ਚੀਜ਼ ਨੂੰ ਲਾਗੂ ਕਰ ਲਓ। ਅਗਰ ਤੁਹਾਨੂੰ ਕੋਈ ਚੀਜ਼ ਸਿੱਖਣ ਨੂੰ ਮਿਲੀ ਹੈ ਤਾਂ ਉਹਨੂੰ ਲਾਗੂ ਕਰੋ। ਦੋਸਤੋ 7ਵੇਂ ਨੰਬਰ ਤੇ ਨੌਲੇਜ ਦੀ ਇਨਵੈਸਟਮੈਂਟ ਕਰੋ। ਸਭ ਤੋਂ ਵੱਡੀ ਇਨਵੈਸਟਮੈਂਟ ਉਹ ਕਹਿ ਰਿਹਾ ਕਿ ਨੌਲੇਜ ਦੀ ਹੈ। ਕਿਤਾਬਾਂ ਪੜ੍ਹੋ, ਬੁੱਕਸ ਪੜ੍ਹੋ, ਲੋਕਾਂ ਦੀਆਂ ਜੀਵਨੀਆਂ ਪੜ੍ਹੋ ਜਿਹੜੇ ਅਮੀਰ ਹੋਏ ਆ। ਹਰ ਰੋਜ਼ ਕਿਸੇ ਨਾ ਕਿਸੇ ਕੰਪਨੀ ਦੀ ਐਨੂਅਲ ਬੈਲੈਂਸ ਸ਼ੀਟ ਪੜ੍ਹਦਾ ਹੈ ਤੇ 500 ਪੇਜ ਉਹਨੇ ਕੋਈ ਨਾ ਕੋਈ ਸਿੱਖਿਆ ਦਾ ਇੱਕ ਚੀਜ਼ ਜ਼ਰੂਰ ਪੜ੍ਹਨੀ ਹੈ, ਕਿਉਂਕਿ ਪੜ੍ਹਨ ਦੇ ਨਾਲ ਬਹੁਤ ਜ਼ਿਆਦਾ ਨੌਲੇਜ ਮਿਲਦੀ ਹੈ। ਫਿਰ ਉਸਨੇ ਸਿੱਖਿਆ ਕਿ ਪੈਸਾ ਲਗਾ ਜੋ ਕਮਾ ਹੀ ਰਹੇ ਆ ਤਾਂ ਉਸ ਤੋਂ ਇਲਾਵਾ ਨੌਲੇਜ ਦੇ ਵਿੱਚ ਵੀ ਇਨਵੈਸਟਮੈਂਟ ਕਰੋ। ਲਾਈਕ ਸਕਿੱਲਸ ਵਧਾਓ, ਬੋਲਣ ਦੀ ਕਲਾ ਵਧਾਓ, ਸੁਣਨ ਦੀ ਕਲਾ ਵਧਾਓ, ਆਪਣਾ ਬੋਲਣਾ ਚਾਲਣਾ ਬੈਠਣਾ ਉੱਠਣਾ ਇਹਨਾਂ ਦੀ ਸਕਿੱਲਸ ਵਧਾਓ। ਅਗਰ ਤੁਹਾਨੂੰ ਕੰਪਿਊਟਰ ਨਹੀਂ ਆਉਂਦਾ ਕੰਪਿਊਟਰ ਸਿੱਖੋ, ਇੰਗਲਿਸ਼ ਸਪੀਕਿੰਗ ਨਹੀਂ ਆਉਂਦੀ ਇੰਗਲਿਸ਼ ਸਪੀਕਿੰਗ ਸਿੱਖੋ, ਲੋਕਾਂ ਦੇ ਵਿੱਚ ਬੋਲਣਾ ਨਹੀਂ ਆਉਂਦਾ ਲੋਕਾਂ ਦੇ ਵਿੱਚ ਬੋਲਣਾ ਸਿੱਖੋ। ਸੋ ਇਹ ਸਾਰੀਆਂ ਚੀਜ਼ਾਂ ਉਹਨੇ ਕਿਹਾ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਦੋਸਤੋ ਨੈਕਸਟ ਪੁਆਇੰਟ ਹੁਣ ਉਹਨੇ ਦੱਸਿਆ ਕਿ ਲੌਂਗ ਟਰਮ ਅਪਰੋਚ ਬਹੁਤ ਅੱਗੇ ਦਾ ਸੋਚੋ, ਕਿਉਂਕਿ ਜਿਹੜੇ ਇੱਕ ਦਿਨ ਲਗਾ ਕੇ ਦੂਜੇ ਦਿਨ ਕਹਿ ਰਹੇ ਕਿ ਸਾਨੂੰ ਪ੍ਰੋਫਿਟ ਮਿਲ ਜਾਵੇ ਤਾਂ ਇਹ ਉਹ ਟ੍ਰੇਡਿੰਗ ਦਾ ਕੰਮ ਕਰ ਰਹੇ ਆ, ਨਾ ਕਿ ਬਿਜ਼ਨਸ ਦਾ ਜਾਂ ਇਨਵੈਸਟਮੈਂਟ ਦਾ। ਇਨਵੈਸਟਮੈਂਟ ਹੁੰਦੀ ਲੌਂਗ ਟਰਮ ਲਈ। ਅੱਜ ਤੁਸੀਂ ਲਾਇਆ 5 ਸਾਲ ਲਈ ਬਹਿ ਜਾਓ, 10 ਸਾਲ ਲਈ ਬਹਿ, ਕਿਉਂਕਿ ਮਾਰਕੀਟ ਤਾਂ ਬਹੁਤ ਫਲਕਚੁਏਟ ਕਰੇਗੀ, ਲੇਕਿਨ ਇੱਕ ਟਾਈਮ ਦੇ ਦੌਰਾਨ ਉਹ ਜ਼ਰੂਰ ਉੱਪਰ ਜਾਏਗੀ ਤੇ ਉਦੋਂ ਤੁਸੀਂ ਸੈਲ ਕਰਨਾ। ਦੋਸਤੋ ਨੈਕਸਟ ਪੁਆਇੰਟ ਜਿਹਦੇ ਉੱਤੇ ਉਹ ਮਤਲਬ ਕਿ ਇਸ ਚੀਜ਼ ਦਾ ਬਾਦਸ਼ਾਹ ਆ, ਜਿਹਦੇ ਕਰਕੇ ਅੱਜ ਉਹ 10ਵੇਂ ਨੰਬਰ ਦਾ ਸਭ ਤੋਂ ਬੈਸਟ ਸਭ ਤੋਂ ਜ਼ਿਆਦਾ ਅਮੀਰ ਬਣਿਆ ਹੋਇਆ ਹੈ। ਕੰਪਾਊਂਡਿੰਗ ਇੰਟਰਸਟ। ਦੋਸਤੋ ਮੈਂ ਪਹਿਲੀ ਵੀਡੀਓ 'ਚ ਵੀ ਦੱਸਿਆ ਸੀ ਸਾਨੂੰ ਕਿ ਕੰਪਾਊਂਡਿੰਗ ਇੰਟਰਸਟ ਕੀ ਹੁੰਦਾ ਹੈ। ਕੰਪਾਊਂਡਿੰਗ ਮੀਨਸ ਮਲਟੀਪਲੀਕੇਸ਼ਨ। ਮਲਟੀਪਲਾਈ ਹੁੰਦਾ ਜਾਂਦਾ ਹੈ। 1 ਤੋਂ 2, 2 ਤੋਂ 4, 4 ਤੋਂ 8, 8 ਤੋਂ 16, 16 ਤੋਂ 32, 32 ਤੋਂ 64, 64 ਤੋਂ 128, 128 ਤੋਂ 256 ਇਹਦਾ ਸੋ ਔਨ। ਇਹ ਕਿਸ ਤਰ੍ਹਾਂ ਵਰਕ ਕਰਦਾ ਦੇਖੋ, 10ਵੇਂ 12ਵੇਂ ਨੰਬਰ ਤੇ ਜਾ ਕੇ ਇੱਕ ਨੰਬਰ ਜਿਹੜਾ ਸੀਗਾ ਉਹ 256 ਤੇ ਪਹੁੰਚ ਗਿਆ। ਦਿਸ ਇਜ਼ ਕਾਲਡ ਕੰਪਾਊਂਡਿੰਗ ਇੰਟਰਸਟ। ਪੈਸੇ ਨੂੰ ਡਬਲ ਕਰਨ ਦੀ ਪ੍ਰਕਿਰਿਆ ਇਹੀ ਹੈ ਕੰਪਾਊਂਡਿੰਗ ਇੰਟਰਸਟ। ਵਿਆਜ ਤੋਂ ਵਿਆਜ, ਪਹਿਲਾਂ ਵਿਆਜ ਤੋਂ ਵਿਆਜ, ਵਿਆਜ ਤੋਂ ਵਿਆਜ, ਵਿਆਜ ਤੋਂ ਵਿਆਜ ਆਉਂਦਾ ਹੀ ਰਹਿਣਾ। ਜਿੱਦਾਂ ਹੁਣ ਇਹਦੀ ਇੱਕ ਐਗਜ਼ਾਮਪਲ ਆਪਾਂ ਲੈਂਦੇ ਹਾਂ। ਦੋਸਤੋ ਆਪਾਂ ਇੱਕ ਕੈਲਕੂਲੇਟਰ ਖੋਲ ਲੈਂਦੇ ਹਾਂ ਤੇ ਇਹਦੇ ਵਿੱਚ ਦੇਖਦੇ ਹਾਂ ਕਿ ਹਰ ਮਹੀਨੇ ਜੇ ਅਸੀਂ 5000 ਜਮ੍ਹਾਂ ਕਰਦੇ ਹਾਂ ਤਾਂ 15% ਵਿਆਜ ਦੇ ਉੱਤੇ ਤੇ ਟੈਨਿਓਰ ਆਪਾਂ ਸੈੱਟ ਕਰਦੇ ਹਾਂ 10 ਸਾਲ ਤੱਕ ਤੁਸੀਂ ਜੇ ਜਮ੍ਹਾਂ ਕਰਦੇ ਹੋ ਤਾਂ ਕਿੰਨਾ ਬਣ ਜਾਏਗਾ। ਦੇਖੋ ਦੋਸਤੋ, ਤੁਸੀਂ 6 ਲੱਖ ਰੁਪਇਆ ਖਰਚ ਕੀਤਾ ਸੀਗਾ ਤੇ 13 ਲੱਖ ਰੁਪਇਆ ਤੁਹਾਡਾ 10 ਸਾਲ ਦੇ ਵਿੱਚ ਬਣ ਗਿਆ। ਸੋ ਇਹੀ ਦੋਸਤੋ ਇਫੈਕਟ ਹੁੰਦਾ ਹੈ ਕੰਪਾਊਂਡਿੰਗ ਦਾ। ਹੁਣ ਆਪਾਂ ਦੋਸਤੋ ਇਹ ਦੇਖਦੇ ਹਾਂ ਕਿ ਜੇ ਇਹੀ 5000 ਅਸੀਂ 20 ਸਾਲ ਤੱਕ ਕਰ ਲੈਂਦੇ ਹਾਂ ਤਾਂ ਕਿੰਨਾ ਪੈਸਾ ਜਮ੍ਹਾਂ ਹੋਏਗਾ। ਦੇਖੋ ਦੋਸਤੋ 12 ਲੱਖ ਲਗਾ ਕੇ 75 ਲੱਖ ਰੁਪਇਆ ਬਣ ਗਿਆ ਹੈ। ਇਹ ਸਭ ਟਾਈਮ ਦਾ ਇਫੈਕਟ ਹੈ। ਇਹੀ ਦੋਸਤੋ ਜੇ ਤੁਸੀਂ 30 ਸਾਲ ਤੱਕ ਰੱਖ ਲਓਗੇ ਤਾਂ 3.5 ਕਰੋੜ ਰੁਪਇਆ ਤੁਹਾਡਾ 30 ਸਾਲਾਂ ਦੇ ਵਿੱਚ ਬਣ ਗਿਆ, 18 ਲੱਖ ਰੁਪਏ ਸਿਰਫ। ਇਸ ਤੋਂ ਇਲਾਵਾ ਦੋਸਤੋ ਹੁਣ ਤੁਸੀਂ ਹੈਰਾਨ ਹੋ ਜਾਓਗੇ 40 ਸਾਲ ਦੀ ਏਜ ਤੱਕ ਜੇ ਤੁਸੀਂ ਮੰਨ ਲਓ 5000 ਜਮ੍ਹਾਂ ਕਰਵਾਉਂਦੇ ਰਹੇ ਤਾਂ ਫਿਰ ਕਿੰਨਾ ਬਣੇਗਾ। ਦੇਖੋ ਦੋਸਤੋ 24 ਲੱਖ ਖਰਚਿਆ ਤੁਸੀਂ ਤੇ 15.7 ਕਰੋੜ ਰੁਪਈਆ ਕਮਾ ਲੈਂਦੇ। ਇਹੀ ਦੋਸਤੋ ਕੰਪਾਊਂਡਿੰਗ ਦਾ ਇਫੈਕਟ ਹੁੰਦਾ ਹੈ ਕਿ ਤੁਸੀਂ ਕਰੋੜਾਂਪਤੀ ਬਣ ਜਾਂਦੇ ਹੋ।
ਮਤਲਬ ਬੈਠੇ ਬਿਠਾਏ ਹੀ ਤੁਹਾਡੀ ਜਿਹੜੀ ਆ ਸੇਵਿੰਗ ਹੁੰਦੀ ਹੈ। ਦਿਸ ਇਜ਼ ਕਾਲਡ ਕੰਪਾਊਂਡਿੰਗ ਇੰਟਰਸਟ। ਇਸ ਚੀਜ਼ ਦਾ ਤੁਸੀਂ ਜ਼ਰੂਰ ਫਾਇਦਾ ਲੈਣਾ ਦੋਸਤੋ। ਇਸ ਤੋਂ ਇਲਾਵਾ ਦੋਸਤੋ ਉਸਨੇ ਦੱਸਿਆ ਕਿ ਐਕਚੀਵਰ ਆਰ ਨੈਵਰ ਰਿਟਾਇਰ। ਐਕਚੀਵਰ ਜਿਹੜੇ ਹੁੰਦੇ ਆ ਉਹ ਕਦੇ ਵੀ ਰਿਟਾਇਰ ਨਹੀਂ ਹੁੰਦੇ। ਇਸੇ ਲਈ ਦੋਸਤੋ ਉਸਨੇ ਜਦੋਂ ਪੈਸਾ ਸਾਰੀ ਕੰਪਨੀਜ਼ ਦੇ ਵਿੱਚ ਜਿਹੜੇ ਉਹਨੂੰ ਪਸੰਦ ਸੀ ਜਾਂ ਜਿਹੜੇ ਉਹਨੂੰ ਲੱਗਦੇ ਸੀ ਕਿ ਅਪਰੋਚ ਵਧੀਆ ਹੋਏਗੀ, ਉਹ ਲਗਾ ਕੇ ਆਰਾਮ ਨਾਲ ਬੈਠ ਗਿਆ ਤੇ ਆਪਣਾ ਪੂਰਾ ਦਿਨ ਉਹ ਇਨਵੈਸਟਮੈਂਟ ਕਿਹਦੇ ਵਿੱਚ ਕਰਦਾ ਸੀ? ਨੌਲੇਜ ਦੇ ਵਿੱਚ, ਆਪਣੀ ਹੈਲਥ ਦੇ ਉੱਤੇ। ਹੈਲਥ ਠੀਕ ਰੱਖੋਗੇ ਦੋਸਤੋ ਤਾਂ ਤੁਸੀਂ ਜਿਹੜਾ ਪੈਸਾ ਬਾਅਦ ਵਿੱਚ ਆਉਣਾ ਆ ਤਾਂ ਉਹਦਾ ਫਾਇਦਾ ਵੀ ਉਠਾ ਸਕਦੇ ਹੋ ਦੋਸਤੋ। ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕਿ ਕੀ ਉਹਦੀ ਲਾਈਫ ਦੇ ਵਿੱਚ ਕੋਈ ਨੈਗੇਟਿਵਿਟੀ ਨਹੀਂ ਸੀ? ਨੈਗੇਟਿਵਿਟੀ ਸੀ। ਈਵਨ ਉਹਦੇ ਜੋ ਫਾਦਰ ਇਨ ਲਾਅ ਸੀ ਉਹ ਉਹਨੂੰ ਕਹਿੰਦੇ ਸੀ, ਤਾਨੇ ਮੇਨੇ ਵੀ ਮਾਰਦੇ ਸੀ ਕਿ ਤੇਰੀ ਫਿਲਾਸਫੀ ਤੇ ਮੈਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਤੇ ਤੂੰ ਇਹ ਅੱਗੇ ਜਾ ਕੇ ਤੇਰਾ ਕੋਈ ਬਣੇਗਾ ਨਹੀਂ ਕੁਝ। ਪਰ ਉਹ 10ਵੇਂ ਨੰਬਰ ਨਾਲ ਅੱਜ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਹੈ। 53 ਲੱਖ ਕਰੋੜ ਕਮਾਈ ਹੈ ਉਹਦੀ। ਕੈਨ ਯੂ ਇਮੇਜਿਨ? ਅਗਰ ਅਸੀਂ ਉਹਦਾ 1% ਵੀ ਆਪਣੇ ਅੰਦਰ ਲੈ ਆਈਏ ਨਾ ਤਾਂ ਤੁਹਾਡੀ ਲਾਈਫ ਚੇਂਜ ਹੋ ਸਕਦੀ ਹੈ ਦੋਸਤੋ। ਅੱਜ ਦੀ ਡੇਟ ਦੇ ਵਿੱਚ ਉਹਦੀ $37 ਮਿਲੀਅਨ ਕਮਾਈ ਇੱਕ ਦਿਨ ਦੀ ਹੈ। ਕੈਨ ਯੂ ਇਮੇਜਿਨ? ਇਸ ਤਰ੍ਹਾਂ ਕੰਪਾਊਂਡਿੰਗ ਇੰਟਰਸਟ ਦੇ ਨਾਲ ਉਹਦੀ ਕਮਾਈ ਵੱਧਦੀ ਜਾ ਰਹੀ ਹੈ। ਅੱਜ 10ਵੇਂ ਨੰਬਰ ਦਾ ਉਹ ਅਮੀਰ ਬੰਦਿਆਂ ਵਿੱਚੋਂ ਇੱਕ ਹੈ, ਉਹ ਵੀ ਬਿਨਾਂ ਮਿਹਨਤ ਕੀਤੇ। ਸੋ ਦੋਸਤੋ ਬਹੁਤ ਕੁਛ ਇਸ ਸ਼ਖਸੀਅਤ ਤੋਂ ਸਿੱਖਣ ਨੂੰ ਮਿਲਿਆ ਹੈ। ਆਈ ਹੋਪ ਕਿ ਮੈਂ 10% ਵੀ ਉਹਦੇ ਬਾਰੇ ਜੇ ਕੁਛ ਦੱਸ ਸਕਿਆ ਤੇ ਤੁਹਾਨੂੰ ਕੁਛ ਚੀਜ਼ ਸਮਝ ਵੀ ਲੱਗੀ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ ਇਸ ਵੀਡੀਓ ਨੂੰ, ਤਾਂ ਕਿ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਨੇ ਉਹਨਾਂ ਨੂੰ ਕੁਛ ਨੌਲੇਜ ਮਿਲੇ ਫਾਈਨੈਂਸ਼ੀਅਲ ਐਜੂਕੇਸ਼ਨ ਬਾਰੇ ਤੇ ਕਿਸ ਤਰ੍ਹਾਂ ਪੈਸੇ ਨੂੰ ਬਚਾਉਣਾ ਆ ਤੇ ਕਿੱਥੇ ਲਗਾਉਣਾ ਆ, ਇਹਦੇ ਬਾਰੇ ਉਹਨਾਂ ਨੂੰ ਨੌਲੇਜ ਮਿਲੇ। ਤੇ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤੇ ਕਮੈਂਟ ਕਰਨਾ ਨਾ ਭੁੱਲਣਾ। ਧੰਨਵਾਦ ਦੋਸਤੋ, ਮਿਲਾਂਗੇ ਅਗਲੀ ਵੀਡੀਓ ਦੇ ਵਿੱਚ।